ਟੋੜਾ ਸਾਹਿਬ ਬਖਸ਼ਿਸ਼ ਕਰਕੇ ਸਤਿਗੁਰਾਂ ਨੇ ਬੜੇ ਸਾਰੇ ਵਰ ਦੇਣਾ ਕੀਤੇ। ਮੇਨ ਜਿਹੜੇ ਵਰ ਨੇ, ਪਾਗਲਪਨ, ਹਲਕਾ ਕੁੱਤਾ ਕਿਸੇ ਨੂੰ ਕੱਟ ਜਿਆ ਜੇ ਹਲਕ ਨਾ ਕੁੱਦਿਆ ਹੋਵੇ ਉਸ ਤੋਂ ਪਹਿਲੋਂ ਸਾਡੇ ਪਾਸ ਆਉਣਾ ਚਾਹੀਦਾ ਹੈ। ਇੱਕ ਕੋਹੜ ਦਾ ਰੋਗ, ਤੇ ਬਾਕੀ ਸਤਿਗੁਰਾਂ ਨੇ ਕਹਿ ਦਿੱਤਾ ਜਿਹੜੇ ਸਰਾਪੇ ਹੋਏ ਲੋਕ ਆਉਣਗੇ ਉਹਨਾਂ ਦੇ ਤਨ ਦੇ ਨਾਲ ਛੁਹਾਇਓ, ਉਹਨਾਂ ਦਾ ਸਰਾਪ ਮਿਟ ਜਾਏਗਾ। ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਮਲਵਈ ਬਲੌਗ ਦੇ ਉੱਤੇ। ਤੇ ਅੱਜ ਆਪਾਂ ਪਹੁੰਚਿਆ ਸ਼ਹਿਰ ਬੁਢਲਾਡਾ, ਪਿੰਡ ਸੈਦੇਵਾਲ ਵਿਖੇ। ਦਰਸ਼ਨ ਕਰਾਂਗੇ ਆਪਾਂ ਗੁਰਦੁਆਰਾ ਸ੍ਰੀ ਪਹਿਨ ਸਾਹਿਬ ਸੱਚੀ ਮੰਜੀ, ਜੋ ਕਿ ਸੈਦੇਵਾਲ ਪਿੰਡ ਦੇ ਵਿੱਚ ਸਥਿਤ ਹੈ। ਚਲੋ ਆਪਾਂ ਹੁਣ ਅੰਦਰ ਚੱਲਾਂਗੇ, ਅੰਦਰ ਚੱਲ ਕੇ ਦਰਸ਼ਨ ਕਰਾਂਗੇ ਗੁਰਦੁਆਰਾ ਸਾਹਿਬ ਦੇ ਤੇ ਗੱਲਬਾਤ ਕਰਾਂਗੇ ਬਾਬਾ ਜੀ ਨਾਲ। ਪਹੁੰਚ ਚੁੱਕੇ ਹਾਂ ਆਪਾਂ ਗੁਰਦੁਆਰਾ ਸਾਹਿਬ ਦੇ ਅੰਦਰ ਤੇ ਹੁਣ ਆਪਾਂ ਪੰਜ ਇਸ਼ਨਾਨਾ ਕਰਾਂਗੇ। ਉਸ ਤੋਂ ਬਾਅਦ ਦਰਬਾਰ ਸਾਹਿਬ ਦੇ ਵਿੱਚ ਮੱਥਾ ਟੇਕਾਂਗੇ। ਹੁਣ ਆਪਾਂ ਚੱਲਾਂਗੇ ਇੱਥੋਂ ਦੇ ਹੈੱਡ ਗ੍ਰੰਥੀ ਗਿਆਨੀ ਜਰਨੈਲ ਸਿੰਘ ਜੀ ਕੋਲ ਤੇ ਜਾਣਾਂਗੇ ਇੱਥੋਂ ਦੇ ਇਤਿਹਾਸ ਬਾਰੇ, ਗੱਲਬਾਤ ਕਰਾਂਗੇ, ਪੁੱਛਾਂਗੇ। ਤੇ ਹੁਣ ਆਪਾਂ ਚੱਲਦੇ ਹਾਂ ਬਾਬਾ ਜੀ ਕੋਲ। ਬਾਬਾ ਜੀ ਵਾਹਿਗੁਰੂ ਜੀ ਦਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਾਬਾ ਜੀ, ਅੱਜ ਆਪਾਂ ਪਹੁੰਚੇ ਹਾਂ ਸੈਦੇਵਾਲ ਗੁਰਦੁਆਰਾ ਸਾਹਿਬ। ਹਾਂਜੀ, ਇੱਥੋਂ ਦਾ ਜੋ ਇਤਿਹਾਸ ਆ ਸਾਨੂੰ ਉਹਦੇ ਬਾਰੇ ਥੋੜ੍ਹਾ ਜਾਣਨਾ ਪਊਗੀ। ਕੀ ਇਤਿਹਾਸ ਆ, ਕੀ ਇੱਥੋਂ ਦਾ ਹੋਊਗਾ ਜੀ, ਠੀਕ ਉਹਦੇ ਬਾਰੇ ਜਾਣਨਾ ਪਊਗਾ। ਠੀਕ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਮੈਂ ਗਿਆਨੀ ਜਰਨੈਲ ਸਿੰਘ ਜੀ, ਮੁੱਖ ਗ੍ਰੰਥੀ ਗੁਰਦੁਆਰਾ ਪਾਹਨ ਸਾਹਿਬ ਸੱਚੀ ਮੰਜੀ, ਨਗਰ ਸੈਦੇਵਾਲ ਤੋਂ ਆਪ ਸੰਗਤਾਂ ਦੇ ਰੂਬਰੂ ਹੋ ਰਿਹਾ। ਸੋ ਭਾਈ ਸਾਹਿਬ ਵੱਲੋਂ ਇੱਥੋਂ ਦਾ ਇਤਿਹਾਸ ਜਿਹੜਾ ਪੁੱਛਿਆ ਗਿਆ, ਸੋ ਬੇਨਤੀ ਹੈ ਕਿ ਤੀਸਰੇ ਪਾਤਸ਼ਾਹ ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ, ਸਾਹਿਬ ਨਿਮਾਣਿਆਂ ਦੇ ਮਾਨ ਸਤਿਗੁਰੂ ਨਿਤਾਣਿਆਂ ਦੇ ਤਾਨ, ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਗੋਇੰਦਵਾਲ ਨਗਰੀ ਵਿਖੇ ਸੁਭਾਏਮਾਨ ਸਨ, ਜਿਨ੍ਹਾਂ ਨੇ ਕਿ ਬੌਲੀ ਸਾਹਿਬ ਦੀ ਕਾਰ ਸੇਵਾ ਸ਼ੁਰੂ ਕੀਤੀ ਅਤੇ ਪੰਗਤ ਤੇ ਸੰਗਤ ਦੀ ਜਿਹੜੀ ਮਰਜ਼ਾਦਾ ਸੀ ਉਹ ਚਲਾਣਾ ਕੀਤੀ ਹੈ। ਉਸ ਤੋਂ ਬਾਅਦ ਸਤਿਗੁਰਾਂ ਨੇ ਜਿੱਥੇ ਇਹ ਬਖਸ਼ਿਸ਼ਾਂ ਕੀਤੀਆਂ, ਉੱਥੇ ਗੁਰਸਿੱਖੀ ਦੇ ਪ੍ਰਚਾਰ ਤੇ ਪ੍ਰਸਾਰ ਵਾਸਤੇ 22 ਪ੍ਰਚਾਰਕ ਸਥਾਪਿਤ ਕੀਤੇ। ਉਹਨਾਂ ਵਿੱਚੋਂ ਇੱਕ ਪ੍ਰਚਾਰਕ ਸਨ ਬ੍ਰਹਮ ਗਿਆਨੀ ਬਾਬਾ ਸੱਚਨ ਸਾਜੀ, ਜਿਨ੍ਹਾਂ ਦੇ ਘਰ ਦਾ ਨਾਂ ਪੈਰੋ ਜੀ ਜਾਂ ਚੈਨਾ ਜੀ ਸੀ, ਪਰ ਸੱਚਨ ਸੱਚ ਸਤਿਗੁਰਾਂ ਨੇ ਨਾਮ ਰੱਖਣਾ ਕੀਤਾ ਕਿਉਂਕਿ ਸੱਤ ਬਚਨ ਦੇ ਅਧਿਕਾਰੀ ਸੀ ਤੇ ਸਦਾ ਸੱਚ ਬੋਲਦੇ ਸੀ। ਬਾਬਾ ਸੱਚਨ ਸਾਹਿਬ ਜੀ ਨੇ ਜਿੱਥੇ ਅੰਬਾਲੇ ਇਲਾਕੇ ਵਿੱਚ ਗੁਰਸਿੱਖੀ ਦਾ ਪ੍ਰਚਾਰ ਤੇ ਪ੍ਰਸਾਰ ਕੀਤਾ, ਉੱਥੇ 12 ਸਾਲ ਗੁਰੂ ਕੇ ਲੰਗਰਾਂ ਦੀ ਨਾਲ ਸੇਵਾ ਵੀ ਕਰਨਾ ਕੀਤੀ ਹੈ। ਜੰਗਲਾਂ ਦੇ ਵਿੱਚੋਂ ਲੱਕੜਾਂ ਕੱਟ ਕੇ ਲਿਆਉਣੀਆਂ ਅਤੇ ਲੰਗਰ ਪਕਾਉਣਾ ਅਤੇ ਸਾਰੀਆਂ ਸੰਗਤਾਂ ਦੀ ਸੇਵਾ ਕਰਨੀ। ਸੱਚੇ ਪਾਤਸ਼ਾਹ ਦੀਆਂ ਬਖਸ਼ਿਸ਼ਾਂ ਲੈਂਦੇ ਰਹੇ। ਸਮਾਂ ਚੱਲਦਾ ਗਿਆ ਸਤਿਗੁਰੂ ਜੀ ਮਹਾਰਾਜ ਦੇ ਚਰਨਾਂ ਵਿੱਚ ਕਿ ਜਦੋਂ ਸਮਾਂ ਬੀਤਦਿਆਂ ਸਤਿਗੁਰਾਂ ਦੇ ਪਾਸ ਸੰਗਤਾਂ ਆਈਆਂ ਕਮਰੇ ਬਣਾਉਣ ਵਾਸਤੇ ਵੀ ਅਸੀਂ ਰਿਹਾਇਸ਼ ਕਰਨੀ ਹੈ, ਤੇ ਸਤਿਗੁਰਾਂ ਨੇ ਆਪਣੇ ਭਤੀਜੇ ਸਾਵਨਵਾਲ ਜੀ ਨੂੰ ਹਰੀਪੁਰ ਦੇ ਰਾਜੇ ਹਰੀ ਸਿੰਘ ਦੇ ਪਾਸੇ ਭੇਜਿਆ, ਆਪਣਾ ਰੁਮਾਲ ਦੇ ਕਰਕੇ। ਇਸ ਜਗ੍ਹਾ ਤੇ ਪਹੁੰਚ ਕਰਕੇ ਬਾਬਾ ਸਾਵਨਵਾਲ ਜੀ ਨੇ ਸਤਿਗੁਰਾਂ ਦੇ ਭਤੀਜੇ ਨੇ ਇਸ ਰਾਜੇ ਦਾ ਮਰਿਆ ਹੋਇਆ ਬੱਚਾ ਜਿਹੜਾ ਸਰਜੀਤ ਕੀਤਾ ਅਤੇ ਸਾਰੀਆਂ ਲੱਕੜਾਂ ਦੀ ਸੇਵਾ ਇਸ ਰਾਜੇ ਨੇ ਬਿਆਸਾ ਦਰਿਆ ਰਾਹੀਂ ਕਰਵਾਉਣਾ ਕੀਤੀਆਂ। ਜਦੋਂ ਬਾਬਾ ਜੀ ਵਾਪਸ ਆਉਣਾ ਚਾਹੁੰਦੇ ਸੀ ਤੇ ਰਾਜੇ ਨੇ ਸਤਿਗੁਰਾਂ ਦੇ ਸੇਵਕ ਦੇ ਚਰਨਾਂ ਵਿੱਚ ਬੇਨਤੀ ਕੀਤੀ ਕਿ ਜਿਹੜੇ ਤੁਹਾਡੇ ਸਿੱਖਾਂ ਵਿੱਚ ਇਤਨੀ ਸ਼ਕਤੀ ਹੈ, ਤੁਹਾਡੇ ਸਤਿਗੁਰਾਂ ਵਿੱਚ ਪਤਾ ਨਹੀਂ ਕਿਤਨੀ ਕੀ ਸ਼ਕਤੀ ਹੋਏਗੀ, ਮੈਨੂੰ ਦਰਸ਼ਨਦਾਰੇ ਕਰਵਾਓ। ਇਹ ਆਪਣੀ ਰਾਣੀਆਂ, 7 ਰਾਣੀਆਂ ਸਮੇਤ ਅਤੇ ਆਪਣੇ ਲਾਮੋ ਲਸ਼ਕਰ ਦੇ ਨਾਲ ਗੋਇੰਦਵਾਲ ਵਿਖੇ ਦਰਸ਼ਨਦਾਰੀ ਕਰਨ ਵਾਸਤੇ ਆਇਆ। ਬਾਬਾ ਸਾਵਨਵਾਲ ਜੀ ਆਏ, ਪਿੱਛੇ ਗੋਇੰਦਵਾਲ ਵਿਖੇ ਬਿਆਸਾ ਦਰਿਆ ਤੇ ਇਹਨਾਂ ਦਾ ਡੇਰਾ ਕਰਵਾ ਦਿੱਤਾ ਰਾਜੇ ਦਾ। ਸਤਿਗੁਰਾਂ ਦੇ ਚਰਨਾਂ ਵਿੱਚ ਆ ਕੇ ਪਹਿਲੋਂ ਆਪਣੀ ਭੁੱਲ ਬਖਸ਼ਾਈ ਅਤੇ ਸਤਿਗੁਰਾਂ ਨੂੰ ਮਿਲੇ
ਇਸ ਰਾਜੇ ਦੇ ਦਰਸ਼ਨਦਾਰੇ ਕਰਾਉਣ ਵਾਸਤੇ ਆਗਿਆ ਮੰਗੀ। ਸਤਿਗੁਰਾਂ ਨੇ ਬਾਬਾ ਸਾਵਣਮਲ ਜੀ ਨੂੰ ਸਮਝਾ ਦਿੱਤਾ ਕਿ ਸਾਵਣਮਲ ਜੀ, ਤੁਸੀਂ ਗੁਰੂ ਦਰਬਾਰ ਦੀ ਮਰਜ਼ਾਦਾ ਨੂੰ ਜਾਣਦੇ ਜੇ, ਤੇ ਵੱਡੇ ਲੋਕ ਜਿਹੜੇ ਆ ਉਹ ਕੁਤਾਹੀ ਕਈ ਵਾਰੀ ਕਰ ਜਾਂਦੇ ਆ। ਤੁਸੀਂ ਰਾਣੀਆਂ ਨੂੰ ਸਮਝਾ ਦੇਣਾ ਕਿ ਸਾਧੂ ਸੁਭਾਅ ਵਿੱਚ, ਸਾਦੇ ਸੁਭਾਅ ਵਿੱਚ ਆਉਣਾ, ਹਾਰ ਸ਼ਿੰਗਾਰ ਨਹੀਂ ਕਰਨਾ, ਤੇ ਕਿਸੇ ਨੇ ਆ ਕੇ ਇੱਥੇ ਘੁੰਡ ਨਹੀਂ ਕੱਢਣਾ। ਮਾਲਵੇ ਇਲਾਕੇ ਦਾ ਬੋਲੀ ਹੈ, ਪੱਲਾ ਕਰ ਲੈਣਾ, ਕਿਸੇ ਨੇ ਘੁੰਡ ਨਹੀਂ ਕੱਢਣਾ, ਸਾਧੂ ਸੁਭਾਅ ਵਿੱਚ ਆ ਕੇ ਦਰਸ਼ਨਦਾਰੇ ਕਰਕੇ ਤੇ ਖੁਸ਼ੀ ਲੈਣੀ ਹੈ। ਚਲੋ ਬਾਬਾ ਸਾਵਣਮਲ ਜੀ ਨੇ ਜਾ ਕੇ ਰਾਜੇ ਨੂੰ ਦੱਸਿਆ। ਰਾਜੇ ਨੇ ਪ੍ਰਵਾਨ ਕੀਤਾ ਤੇ ਆਪਣੀਆਂ ਰਾਣੀਆਂ ਸਮੇਤ ਸਤਿਗੁਰਾਂ ਦੇ ਦਰਸ਼ਨਦਾਰੇ ਕਰਨ ਵਾਸਤੇ ਆਇਆ। ਜਦੋਂ ਸਤਿਗੁਰਾਂ ਦੇ ਚਰਨਾਂ ਵਿੱਚ ਆਏ, ਦਰਸ਼ਨਦਾਰੇ ਕਰਦੇ ਗਏ, ਜਦੋਂ 7ਵੀਂ ਰਾਣੀ ਦੀ ਵਾਰੀ ਆਈ ਜਿਹੜੀ ਕਿ ਸੱਜ ਵਿਆਹੀ ਸੀ, ਉਹਨੇ ਸਤਿਗੁਰਾਂ ਦੇ ਚਰਨਾਂ ਵਿੱਚ ਆ ਕੇ ਘੁੰਡ ਕੱਢ ਲਿਆ। ਜਦੋਂ ਉਸਨੇ ਘੁੰਡ ਕੱਢਿਆ, ਸਤਿਗੁਰਾਂ ਨੇ ਸੁਭਾਵਕ ਵਚਨ ਛੱਡ ਦਿੱਤਾ ਕਿ ਭਾਈ ਸਾਵਣਮਲ ਜੀ, ਇਹ ਝੱਲੀ ਨੂੰ ਦੱਸਣਾ ਨਹੀਂ ਸੀ ਕੀਤਾ, ਜਾਂ ਇਹਨੂੰ ਗੁਰੂ ਕੀ ਸੰਗਤ ਚੰਗੀ ਨਹੀਂ ਲੱਗੀ, ਸਾਧ ਬਚਨ ਅਟਲਾਦਾ। ਇਹ ਤੀਰ ਨਿਸ਼ਾਨੇ ਤੇ ਪਿਆ, ਸਤਿਗੁਰਾਂ ਨੇ ਸੁਭਾਵਕ ਵਚਨ ਛੱਡਿਆ ਸੀ। ਇਹ ਰਾਣੀ ਨੂੰ ਝੱਲ ਹੋ ਗਿਆ, ਪਾਗਲ ਹੋ ਗਈ, ਚੀਕਾਂ ਮਾਰਦੀ, ਕੱਪੜੇ ਫਾੜਦੀ ਇਹ ਜੰਗਲਾਂ ਨੂੰ ਦੌੜੀ ਹੈ। ਰਾਜੇ ਨੇ ਬੜੀ ਲੱਭਣ ਦੀ ਕੋਸ਼ਿਸ਼ ਕੀਤੀ ਪਰ ਇਹ ਲੱਭੀ ਨਹੀਂ। ਕਈ ਦਿਨ ਲੱਭਦੇ ਰਹੇ, ਪਰ ਜਦੋਂ ਨਹੀਂ ਲੱਭੀ ਤੇ ਰਾਜਾ ਸਤਿਗੁਰਾਂ ਦੇ ਚਰਨਾਂ ਵਿੱਚ ਬੇਨਤੀ ਕਰਕੇ ਛੁੱਟੀ ਲੈ ਕੇ ਆਪਣੇ ਵਤਨ ਨੂੰ ਚਲਿਆ ਗਿਆ। ਤੇ ਬਾਅਦ ਦੇ ਵਿੱਚ ਬਾਬਾ ਸੱਚਨ ਸਾਜੀ ਲੱਕੜਾਂ ਦੀ ਸੇਵਾ ਲੈਣ ਵਾਸਤੇ ਜਦੋਂ ਜਾਂਦੇ ਹੈ, ਕੁਝ ਸਮੇਂ ਬਾਅਦ ਇਹ ਰਾਣੀ ਨੇ ਤੰਗ ਕਰਨਾ ਸ਼ੁਰੂ ਕਰ ਦਿੱਤਾ। ਇੱਕ ਦਿਨ ਬੜੀ ਮਾੜੀ ਹਾਲਤ ਕਰਨਾ ਕੀਤੀ ਬਾਬਾ ਜੀ ਦੀ। ਮਸਾਂ ਇਹ ਤੋਂ ਆਪਣੇ ਆਪ ਨੂੰ ਛੁਡਾ ਕੇ ਥੋੜੀਆਂ ਲੱਕੜਾਂ ਲੈ ਕੇ ਜਦੋਂ ਆਏ ਤੇ ਸਿੱਖਾਂ ਨੇ ਦੇਖਿਆ ਕਿ ਬਾਬਾ ਸੱਚਨ ਸਾਜੀ ਅੱਜ ਕਿਸੇ ਨਾ ਕਿਸੇ ਨਾਲ ਲੜ ਕੇ ਆਏ ਆ, ਕਿਉਂਕਿ ਕੱਪੜੇ ਵੀ ਫਾਟੇ ਹੋਏ ਆ ਤੇ ਸਰੀਰ ਵਿੱਚੋਂ ਖੂਨ ਵੀ ਸਿਮਦਾ। ਸਤਿਗੁਰਾਂ ਦੇ ਪਾਸ ਜਦੋਂ ਸੱਦ ਕੇ ਪੁੱਛਿਆ ਗਿਆ, ਸਤਿਗੁਰਾਂ ਨੇ ਪੁੱਛਿਆ ਤੇ ਬਾਬਾ ਸੱਚਨ ਸਾਜੀ ਕਹਿਣ ਲੱਗੇ, ਸਤਿਗੁਰੂ, ਜਿਸ ਪਾਸੇ ਤੋਂ ਮੈਂ ਲੱਕੜਾਂ ਲੈਣ ਜਾਂਦਾ ਉਧਰ ਪਤਾ ਨਹੀਂ ਕੀ ਬਲਾ ਡੈਣ ਹੈ, ਚੜੇਲ ਹੈ, ਜਿਹਨੇ ਕਿ ਅੱਜ ਮੇਰੀ ਬੁਰੀ ਹਾਲਤ ਕਰਨਾ ਕੀਤੀ ਹੈ। ਕੱਲ ਨੂੰ ਮੈਂ ਉਸ ਪਾਸੇ ਵੱਲ ਨਹੀਂ ਜਾਵਾਂਗਾ, ਹੋਰ ਕਿਸੇ ਪਾਸੇ ਤੋਂ ਲੱਕੜਾਂ ਲਿਆਵਾਂਗਾ। ਅੱਜ ਸਮਾਂ ਵੀ ਕਾਫੀ ਲੱਗ ਗਿਆ, ਕਿਉਂਕਿ ਉੱਥੇ ਕੋਈ ਬੰਦਾ ਵੀ ਮੈਨੂੰ ਛਡਾਉਣ ਵਾਲਾ ਨਹੀਂ ਸੀ। ਬੜੀ ਮੁਸ਼ਕਲ ਨਾਲ ਮੈਂ ਆਪਣੇ ਆਪ ਨੂੰ ਯਾਦ ਕਰਵਾਇਆ, ਉੱਤੋਂ ਤੇ ਲੱਕੜਾਂ ਲੈ ਕੇ ਆਇਆ ਤੇ ਸੇਵਾ 'ਚ ਵੀ ਵਿਘਨ ਪਿਆ। ਸਤਿਗੁਰੂ ਜੀ ਕਹਿਣ ਲੱਗੇ, ਬਾਬਾ ਸੱਚਨ ਸਾਜੀ, ਉਹ ਕੋਈ ਬਲਾ ਨਹੀਂ, ਡੈਣ ਨਹੀਂ, ਚੁੜੇਲ ਨਹੀਂ, ਉਹ ਤੇ ਉਹ ਰਾਜੇ ਦੀ ਰਾਣੀ ਹੈ, ਜਿਹਨੇ ਕਿ ਗੁਰੂ ਦਰਬਾਰ ਦਾ ਹੁਕਮ ਨਹੀਂ ਮੰਨਣਾ ਕੀਤਾ। ਤੇ ਕੱਲ ਨੂੰ ਤੁਸੀਂ ਉਸ ਪਾਸੇ ਹੀ ਜਾਣਾ ਹੈ, ਕਿਉਂਕਿ ਸਮਾਂ ਆ ਗਿਆ ਉਹਦੇ ਇਸ ਦੁੱਖ ਨੂੰ ਕੱਟਣ ਵਾਸਤੇ। ਤੇ ਅਗਲੇ ਦਿਨ ਸਤਿਗੁਰਾਂ ਨੇ ਫਿਰ ਆਪਣੇ ਸੇਵਕ ਬਾਬਾ ਸੱਚਨ ਸਾਜੀ ਨੂੰ ਆਪਣੇ ਚਰਨਾਂ ਦੇ ਇਹ ਜੋੜਾ ਸਾਹਿਬ ਦੇਣਾ ਕੀਤੇ ਕਿ ਸੱਚਨ ਸਾਜੀ ਜਾਓ, ਜਦੋਂ ਤੁਹਾਡੇ ਵੱਲ ਆਏਗੀ ਉਹਦੇ ਤਨ ਨਾਲ ਛੁਆ ਦਿਓ, ਉਹਨੂੰ ਸ਼ੁੱਧ ਬੁੱਧ ਆ ਜਾਏਗੀ। ਬਾਬਾ ਸੱਚਨ ਸਾਜੀ ਇਦਾਂ ਹੀ ਗਏ, ਇੱਕ ਕੱਪੜੇ ਵਿੱਚ ਵਲੇਟ ਕਰਕੇ ਜੋੜਾ ਸਾਹਿਬ ਲੈ ਗਏ, ਉੱਥੇ ਇੱਕ ਦਰਖਤ ਦੇ ਉੱਪਰ ਰੱਖ ਕਰਕੇ ਤੇ ਬਾਲਣ ਇਕੱਠਾ ਕਰ ਰਹੇ ਹੈ। ਪਹਿਲਾਂ ਦੀ ਤਰ੍ਹਾਂ ਇਹ ਰਾਣੀ ਚੀਕਾਂ ਮਾਰਦੀ, ਛਾਲਾਂ ਮਾਰਦੀ ਆਈ ਬਾਬਾ ਜੀ ਵੱਲੇ। ਹੁਣ ਬਾਬਾ ਜੀ ਨੇ ਸਤਿਗੁਰਾਂ ਦਾ ਜੋੜਾ ਸਾਹਿਬ ਸੰਭਾਲੇ, ਆਪਣੇ ਹੱਥਾਂ ਵਿੱਚ ਲਏ। ਜਦੋਂ ਲਾਗੇ ਆਈ, ਗੱਲ ਪੈਣ ਲੱਗੀ ਤੇ ਬਾਬਾ ਸੱਚਨ ਸਾਜੀ ਨੇ ਇਹਦੇ ਤਨ ਦੇ ਨਾਲ ਛੁਆ ਦਿੱਤਾ, ਜਾਂ ਕਹਿ ਲਓ ਮੱਥੇ ਨਾਲ ਲਗਾ ਦਿੱਤਾ। ਇਹ ਰਾਣੀ ਪਿੱਛਾ ਕਰਕੇ ਬਹਿ ਗਈ, ਸ਼ੁੱਧ ਬੁੱਧ ਆ ਗਈ, ਕਿਉਂਕਿ ਸਰੀਰ ਤੇ ਕੋਈ ਕੱਪੜਾ ਨਹੀਂ ਸੀ, ਨਗਨ ਹਾਲਤ ਸੀ। ਪੁਰਾਣੇ ਜ਼ਮਾਨਿਆਂ ਵਿੱਚ ਬਜ਼ੁਰਗ ਆਪਣੇ ਮੋਢਿਆਂ ਤੇ ਚਾਦਰੇ ਰੱਖਿਆ ਕਰਦੇ ਸੀ ਜਾਂ ਭੂਰੇ ਰੱਖਿਆ ਕਰਦੇ ਸੀ। ਬਾਬਾ ਸੱਚਨ ਸਾਜੀ ਨੇ ਉਹ ਚਾਦਰਾ ਦੇਣਾ ਕੀਤਾ, ਇਸ ਰਾਣੀ ਨੇ ਤਨ ਢੱਕ ਲਿਆ। ਜਦੋਂ ਹੁਣ ਬਾਬਾ ਸੱਚਨ ਸਾਜੀ ਆਉਣ ਲੱਗੇ ਤੇ ਇਸ ਰਾਣੀ ਨੇ ਅੱਗੇ ਹੋ ਕੇ ਬੇਨਤੀ ਕੀਤੀ, ਕਹਿਣ ਲੱਗੀ, ਗੁਰੂ ਕੇ ਸਿੱਖਾ, ਜਿੱਥੇ ਮੇਰੇ ਉੱਤੇ ਇਤਨਾ ਵੱਡਾ ਪਰਉਪਕਾਰ ਕੀਤਾ ਹੀ, ਇੱਕ ਰਾਜੇ ਦੀ ਰਾਣੀ ਹੁੰਦਿਆਂ ਹੋਇਆ ਮੈਂ ਵੱਡਾ ਦੁਖਾਂਤ ਭੋਗਿਆ ਇੱਕ ਗਲਤੀ ਕਰਕੇ, ਤੇ ਮੈਂ ਹੁਣ ਸਤਿਗੁਰਾਂ ਦੇ ਚਰਨਾਂ ਵਿੱਚ ਜਾ ਕੇ ਆਪਣੀ ਭੁੱਲ ਬਖਸ਼ਾਉਣੀ ਚਾਹੁੰਦੀ ਹਾਂ, ਮੈਨੂੰ ਆਪਣੇ ਸਾਥ ਵਿੱਚ ਲੈ ਚੱਲੋ। ਇਹ ਰਾਣੀ ਲੱਕੜਾਂ ਚੁੱਕ ਕੇ ਸਤਿਗੁਰਾਂ ਦੇ ਚਰਨਾਂ ਵਿੱਚ ਆਈ। ਸਤਿਗੁਰਾਂ ਨੇ ਇਹਨਾਂ ਨੂੰ ਪਤੀ ਪਤਨੀ ਦਾ ਦਰਜਾ ਬਖਸ਼ ਦਿੱਤਾ। ਭਾਵੇਂ ਕਿ ਬਾਬਾ ਸੱਚਨ ਸਾਜੀ ਨੇ ਬੇਨਤੀ ਕੀਤੀ ਹੈ, ਪਰ ਸਤਿਗੁਰੂ ਜੀ ਕਹਿਣ ਲੱਗੇ, ਗੁਰੂ ਦਰਬਾਰ ਦਾ ਹੁਕਮ ਹੈ, ਹੁਕਮ ਮੰਨਿਆ ਹੋਵੇ ਪ੍ਰਵਾਨ, ਤਾਂ ਖਸਮੇ ਕਾ ਮਹਿਲ ਪਾਏ ਸੀ। ਜਿਹੜੇ ਸਤਿਗੁਰਾਂ ਦੇ ਘਰ ਦੇ ਹੁਕਮ ਦੀ ਤਮੀਲ ਕਰਦੇ ਹੈ, ਉਹ ਸਦਾ ਸੁਖੀ ਵਸਦੇ ਹੈ। ਇਹ ਸਤਿਗੁਰਾਂ ਨੇ ਰਾਣੀ ਲੜਨ ਲਗਾ ਦਿੱਤੇ ਤੇ ਦੋਨੋਂ ਜੋੜਾ ਸਾਹਿਬ ਬਖਸ਼ਿਸ਼ ਕਰਕੇ ਸਤਿਗੁਰਾਂ ਨੇ ਬੜੇ ਸਾਰੇ ਵਰ ਦੇਣਾ ਕੀਤੇ। ਮੇਨ ਜਿਹੜੇ ਵਰ ਨੇ, ਪਾਗਲਪਨ, ਹਲਕਾ ਕੁੱਤਾ ਕਿਸੇ ਨੂੰ ਕੱਟ ਜਿਆ ਜੇ ਹਲਕ ਨਾ ਕੁੱਦਿਆ ਹੋਵੇ, ਉਸ ਤੋਂ ਪਹਿਲੋਂ ਸਾਡੇ ਪਾਸ ਆਉਣਾ ਚਾਹੀਦਾ ਹੈ। ਇੱਕ ਕੋੜ ਦਾ ਰੋਗ, ਤੇ ਬਾਕੀ ਸਤਿਗੁਰਾਂ ਨੇ ਕਹਿ ਦਿੱਤਾ, ਜਿਹੜੇ ਸਰਾਪੇ ਹੋਏ ਲੋਕ ਆਉਣਗੇ ਉਹਨਾਂ ਦੇ ਤਨ ਦੇ ਨਾਲ ਛੁਆਇਓ, ਉਹਨਾਂ ਦਾ ਸਰਾਪ ਮਿਟ ਜਾਏਗਾ। ਤੁਹਾਡੀ ਘਾਲ ਥਾਂ ਪਈ, ਤੁਸੀਂ ਬਾਬਾ ਸੱਚਨ ਸਾਜੀ ਹੁਣ ਆਪਣੇ ਨਗਰ ਵਿੱਚ ਜਾਓ ਤੇ ਜਾ ਕਰਕੇ ਆਪਣੇ ਘਰ ਦੇ ਵਿੱਚ ਹੀ ਤੁਸੀਂ ਸੇਵਾ ਕਰਨੀ ਹੈ। ਬੜੇ ਦੁਖੀ ਲੋਕ ਤੁਹਾਡੇ ਪਾਸ ਆਇਆ ਕਰਨਗੇ, ਉਹਨਾਂ ਦੇ ਤਨ ਦੇ ਨਾਲ ਛੁਆਇਓ, ਉਹ ਦੁੱਖਾਂ ਤੋਂ ਰਹਿਤ ਹੋ ਜਾਣਗੇ ਤੇ ਸੁੱਖਾਂ ਦੀ ਪ੍ਰਾਪਤੀ ਕਰ ਲੈਣਗੇ। ਧਰਮਸ਼ਾਲ ਬਣਾਉਣੀ ਹੈ, ਸਵੇਰ ਤੇ ਸ਼ਾਮ ਸਤਨਾਮ ਦਾ ਕੀਰਤਨ ਕਰਨਾ ਹੈ, ਆਈਆਂ ਹੋਈਆਂ ਸੰਗਤਾਂ ਦੀ ਲੰਗਰ ਦੀ ਵੀ ਸੇਵਾ ਕਰਨੀ ਹੈ ਤੇ ਆਪਣੇ ਪਰਿਵਾਰ ਦਾ ਜੀਵਨ ਨਿਰਵਾਹ ਵੀ ਕਰਨਾ ਹੈ। ਬਾਬਾ ਸੱਚਨ ਸਾਜੀ ਇਹ ਜੋੜਾ ਸਾਹਿਬ ਲੈ ਕੇ
ਆਪਣੀ ਨਗਰੀ ਨੂੰ ਪਾਕਿਸਤਾਨ ਵਿੱਚ ਚਲੇ ਗਏ। ਤੇ ਸਮੇਂ ਅਨੁਸਾਰ ਜਦੋਂ ਇਹ ਰੌਲੇ ਗੌਲੇ ਹੋਏ ਹੈ 1947 ਦੇ ਬਟਵਾਰੇ ਤੋਂ ਬਾਅਦ ਇਹ ਜੋੜਾ ਸਾਹਿਬ ਲੈ ਕੇ ਸਾਡੇ ਵਡੇਰੇ ਇਸ ਪਾਸੇ ਵੱਲ ਆਏ ਹੈ। ਭਾਵੇਂ ਕੱਚੀਆਂ ਲਾਟਾਂ ਕਈ ਪਾਸੇ ਹੋਈਆਂ, ਪਰ ਅੰਤ ਨੂੰ ਅਸੀਂ ਇਸ ਜਗ੍ਹਾ ਤੇ ਬੈਠ ਗਏ। ਪਿੰਡ ਸੈਦੇਵਾਲ, ਤਹਿਸੀਲ ਬੁਢਲਾਡਾ, ਜ਼ਿਲ੍ਹਾ ਮਾਨਸਾ ਵਿਖੇ ਬੈਠਣਾ ਕੀਤਾ। ਬੜੀ ਆਲੀਸ਼ਾਨ ਗੁਰਦੁਆਰਾ ਸਾਹਿਬ ਦੀ ਇਮਾਰਤ ਬਣਾਈ, ਜਿਹੜੀ ਕਿ ਹੁਣ ਨਵੀਂ ਬਣ ਰਹੀ ਹੈ। ਰਿਹਾਇਸ਼ ਵਾਸਤੇ ਬੜੇ ਸਾਰੇ ਕਮਰੇ, 200-250 ਕਮਰਾ ਬਣਾਇਆ ਹੋਇਆ ਹੈ। ਲੰਗਰ ਸਥਾਨ ਦੀ ਬਹੁਤ ਸੁੰਦਰ ਇਮਾਰਤ ਹੈ। ਦੀਵਾਨ ਹਾਲ ਬਹੁਤ ਵਧੀਆ ਬਣਿਆ ਹੋਇਆ ਹੈ। ਦਰਸ਼ੀ ਡਿਓੜੀ ਦੀ ਬਹੁਤ ਸੋਹਣੀ ਇਮਾਰਤ ਬਣੀ ਹੋਈ ਹੈ। ਗੁਰੂ ਕੀਆਂ ਸਿੱਖ ਸੰਗਤਾਂ ਇੱਥੇ ਆਉਂਦੀਆਂ, ਬੜੇ ਦੁਖੀ ਆਉਂਦੇ ਹੈ। ਤਨ ਨਾਲ ਸੁਹਾ ਕੇ ਜਿੱਥੇ ਸਤਿਗੁਰਾਂ ਦੇ ਦਰਸ਼ਨ ਕਰਦੇ ਆ, ਉੱਥੇ ਜੋੜਾ ਸਾਹਿਬ ਨੂੰ ਆਪਣੇ ਤਨ ਨਾਲ ਸੁਹਾ ਕੇ ਦੁੱਖਾਂ ਤੋਂ ਰਹਿਤ ਹੁੰਦੇ ਤੇ ਸੁੱਖਾਂ ਦੀ ਪ੍ਰਾਪਤੀ ਕਰਦੇ ਆ। ਸਤਿਗੁਰਾਂ ਦੇ ਚਰਨਾਂ ਵਿੱਚੋਂ ਬਖਸ਼ਾਂ ਲੈਂਦੇ ਆ। ਸੰਗਤਾਂ ਦੀ ਕਿਰਪਾ ਦੇ ਨਾਲ ਸ੍ਰੀ ਅਖੰਡ ਪਾਠ ਤੇ ਸਹਿਜ ਪਾਠਾਂ ਦੀਆਂ ਲੜੀਆਂ ਜਿਹੜੀਆਂ ਸਦਾ ਹੀ ਚੱਲਦੀਆਂ ਰਹਿੰਦੀਆਂ, ਕਦੀ ਬੰਦ ਨਹੀਂ ਹੋਣਾ ਕੀਤੀਆਂ। ਬਹੁਤ ਸਾਰੀਆਂ ਸੰਗਤਾਂ ਇੱਥੇ ਪਹੁੰਚਦੀਆਂ। ਸੋ ਮੇਰੀ ਬੇਨਤੀ ਹੈ ਕਿ ਜਿਨ੍ਹਾਂ ਨੂੰ ਹਾਲੇ ਤੱਕ ਨਹੀਂ ਪਤਾ, ਉਹ ਸੰਗਤਾਂ ਵੀ ਗੁਰਦੁਆਰਾ ਪਾਨ ਸਾਹਿਬ ਸੱਚੀ ਮੰਜੀ ਨਗਰ ਸੈਦੇਵਾਲਾ, ਜ਼ਿਲ੍ਹਾ ਮਾਨਸਾ, ਤਹਿਸੀਲ ਬੁਢਲਾਡਾ ਵਿਖੇ ਪਹੁੰਚ ਕੇ ਸਤਿਗੁਰਾਂ ਦੇ ਚਰਨਾਂ ਦੇ ਜੋੜਾ ਸਾਹਿਬ ਦਰਸ਼ਨਦਾਰੇ ਕਰਕੇ ਦੁੱਖਾਂ ਤੋਂ ਰਹਿਤ ਹੋਣ ਤੇ ਸੁੱਖਾਂ ਦੀ ਪ੍ਰਾਪਤੀ ਕਰਨ। ਬਹੁਤ ਸਾਰੇ ਸਾਡਾ ਜਿਹੜੇ ਪਰਿਵਾਰ ਨੇ ਉਹ ਦੁਲਚੀ ਕੇ ਪਿੰਡ ਫਿਰੋਜ਼ਪੁਰ ਦੇ ਲਾਗੇ ਵੀ ਹੈ। ਕੁਛ ਸਾਡਾ ਪਰਿਵਾਰ ਜਿਹੜਾ ਭੇਵੇ ਦੇ ਲਾਗੇ ਵੀ ਰਹਿ ਰਿਹਾ। ਸੰਗਤਾਂ ਦੀ ਕਿਰਪਾ ਦੇ ਨਾਲ ਸ੍ਰੀ ਅਖੰਡ ਪਾਠ ਤੇ ਸਹਿਜ ਪਾਠਾਂ ਦੀਆਂ ਲੜੀਆਂ ਜਿਹੜੀਆਂ ਸਦਾ ਹੀ ਚੱਲਦੀਆਂ ਰਹਿੰਦੀਆਂ, ਕਦੀ ਬੰਦ ਨਹੀਂ ਹੋਣਾ ਕੀਤੀਆਂ। ਬਹੁਤ ਸਾਰੀਆਂ ਸੰਗਤਾਂ ਇੱਥੇ ਪਹੁੰਚਦੀਆਂ। ਸੋ ਮੇਰੀ ਬੇਨਤੀ ਹੈ ਕਿ ਜਿਨ੍ਹਾਂ ਨੂੰ ਹਾਲੇ ਤੱਕ ਨਹੀਂ ਪਤਾ, ਉਹ ਸੰਗਤਾਂ ਵੀ ਗੁਰਦੁਆਰਾ ਪਾਨ ਸਾਹਿਬ ਸੱਚੀ ਮੰਜੀ ਨਗਰ ਸੈਦੇਵਾਲਾ, ਜ਼ਿਲ੍ਹਾ ਮਾਨਸਾ, ਤਹਿਸੀਲ ਬੁਢਲਾਡਾ ਵਿਖੇ ਪਹੁੰਚ ਕੇ ਸਤਿਗੁਰਾਂ ਦੇ ਚਰਨਾਂ ਦੇ ਜੋੜਾ ਸਾਹਿਬ ਦਰਸ਼ਨਦਾਰੇ ਕਰਕੇ ਦੁੱਖਾਂ ਤੋਂ ਰਹਿਤ ਹੋਣ ਤੇ ਸੁੱਖਾਂ ਦੀ ਪ੍ਰਾਪਤੀ ਕਰਨ। ਬਹੁਤ ਸਾਰੇ ਸਾਡਾ ਜਿਹੜੇ ਪਰਿਵਾਰ ਨੇ ਉਹ ਦੁਲਚੀ ਕੇ ਪਿੰਡ ਫਿਰੋਜ਼ਪੁਰ ਦੇ ਲਾਗੇ ਵੀ ਹੈ। ਕੁਛ ਸਾਡਾ ਪਰਿਵਾਰ ਜਿਹੜਾ ਭੇਵੇ ਦੇ ਲਾਗੇ ਵੀ ਰਹਿ ਰਿਹਾ। ਜਦੋਂ ਅਸੀਂ ਆਪਣੇ ਵੱਡਿਆਂ ਦੀ ਬਰਸੀ ਮਨਾਉਂਦੇ ਹਾਂ ਸਰਾਧਾਂ ਦੇ ਵਿੱਚ, ਉਦੋਂ ਜੋੜਾ ਸਾਹਿਬ ਉਹਨਾਂ ਜਗ੍ਹਾ ਤੇ ਵੀ ਜਾਂਦਾ ਤੇ ਸੰਗਤਾਂ ਨੂੰ ਦਰਸ਼ਨ ਦਿਦਾਰੇ ਕਰਾਏ ਜਾ ਰਹੇ ਆ। ਇਹ ਇੱਥੋਂ ਦਾ ਗੁਰੂ ਰੂਪ ਸਾਧ ਸੰਗਤ ਜੀ ਇਤਿਹਾਸ ਹੈ। ਆਪ ਸੰਗਤਾਂ ਨੂੰ ਬੇਨਤੀ ਹੈ ਕਿ ਸਮੇਂ ਦੀ ਲੋੜ ਹੈ, ਆਪਣੇ ਦੁੱਖਾਂ ਤੋਂ ਰਹਿਤ ਹੋਣ ਵਾਸਤੇ ਸਤਿਗੁਰਾਂ ਦੇ ਚਰਨ ਪਰਸੀਏ, ਸਤਿਗੁਰਾਂ ਦੇ ਚਰਨਾਂ ਦੇ ਨਾਲ ਜੁੜੀਏ ਤੇ ਬਾਣੀ ਨੂੰ ਹਿਰਦੇ ਵਿੱਚ ਉਚਾਰੀਏ। ਸਤਿਗੁਰੂ ਜੀ ਰਹਿਮਤ ਕਰਨ, ਸਾਡੇ ਸਿਰ ਤੇ ਮਿਹਰ ਭਰੇ ਹੱਥ ਰੱਖਣਗੇ, ਸਾਡਾ ਵੀ ਜੀਵਨ ਸਵਰ ਜਾਏਗਾ ਤੇ ਅਸੀਂ ਵੀ ਧੰਨਤਾ ਦੇ ਯੋਗ ਬਣ ਜਾਵਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਕਿੱਥੋਂ ਆਏ ਜੀ? ਸੁਨਾ ਤੋਂ ਰਤੀਏ ਲੱਗੇ ਰਤੀਏ ਲਾਗੇ ਤੋਂ। ਕਿ ਕਿੱਥੋਂ ਮਤਲਬ ਕਿ ਕੀ ਦਿੱਕਤ ਕੀ ਹੈ? ਗੁੜੀਆ ਨੂੰ ਇਹਨੂੰ ਜ਼ੁਕਾਮ ਸੀ, ਅੰਦਰ ਰੇਸ਼ਾ ਘਿਰਦਾ ਸੀਗਾ। ਤੇ ਫਰਕ ਆਏਗਾ ਹੀ ਹੁਣ ਕੁਛ? ਹਾਂਜੀ, ਆ ਰੇਸ਼ਾ ਬਾਹਰ ਆਉਣ ਲੱਗ ਗਿਆ। ਅੱਛਾ, ਠੀਕ ਨੇ ਮਤਲਬ? ਚਲੋ ਧੰਨਵਾਦ ਕਰਦੇ ਹਾਂ ਬਾਬਾ ਸ਼ਮਸ਼ੇਰ ਸਿੰਘ ਜੀ ਦਾ, ਜਿਨ੍ਹਾਂ ਨੇ ਸਾਨੂੰ ਸਾਰਾ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਾਏ ਤੇ ਇੱਥੋਂ ਦੇ ਇਤਿਹਾਸ ਬਾਰੇ ਦੱਸਿਆ। ਬਹੁਤ ਬਹੁਤ ਧੰਨਵਾਦ ਬਾਬਾ ਜੀ। ਤੇ ਧੰਨਵਾਦ ਬਾਬਾ ਜੀ ਆਪਣੇ ਬਾਬਾ ਜਰਨੈਲ ਸਿੰਘ ਜੀ ਹੈੱਡ ਗ੍ਰੰਥ ਨੇ ਜਿਹੜੇ ਇੱਥੋਂ ਦੇ, ਉਹਨਾਂ ਨੇ ਸਾਨੂੰ ਬਹੁਤ ਸਾਰੀ ਜਾਣਕਾਰੀ ਦਿੱਤੀ। ਧੰਨਵਾਦ ਜੀ, ਸ਼ੁਕਰੀਆ ਬਾਈ। ਤੇ ਹੁਣ ਆਪਾਂ ਚੱਲਾਂਗੇ ਲੰਗਰ ਘਰ ਦੇ ਵਿੱਚ। ਇੱਥੇ ਆਪਾਂ ਵੇਖਾਂਗੇ ਬਹੁਤ ਸਾਰੀਆਂ ਸੰਗਤਾਂ ਆਣ ਕੇ ਸੇਵਾ ਕਰਦੀਆਂ ਹਨ। ਲੰਗਰ ਤਿਆਰ ਹੁੰਦਾ ਹੈ, ਜੋ ਦੂਰ ਦਰਾਡੇ ਤੋਂ ਸੰਗਤਾਂ ਆਉਂਦੀਆਂ ਹਨ। ਇੱਥੇ 24 ਘੰਟੇ ਜੋ ਲੰਗਰ ਦੀ ਸੇਵਾ ਹੈ ਚੱਲਦੀ ਰਹਿੰਦੀ ਹੈ। ਜੋ ਸੰਗਤਾਂ ਦੂਰ ਦਰਾਡੇ ਤੋਂ ਆਉਂਦੀਆਂ ਹਨ, ਇੱਥੇ ਰਹਿੰਦੀਆਂ ਹਨ, ਲੰਗਰ ਛਕਦੇ ਹਨ। ਹੁਣ ਆਪਾਂ ਛਕਾਂਗੇ ਲੰਗਰ, ਤੇ ਲੰਗਰ ਛਕਣ ਤੋਂ ਬਾਅਦ ਦਿਓ ਸਾਨੂੰ ਇਜਾਜ਼ਤ। ਉਮੀਦ ਕਰਦੇ ਹਾਂ ਤੁਹਾਨੂੰ ਵੀਡੀਓ ਵਧੀਆ ਲੱਗੇ। ਜੇ ਵਧੀਆ ਲੱਗੇ ਤਾਂ ਅੱਗੇ ਸ਼ੇਅਰ ਕਰਿਓ, ਲਾਈਕ ਕਰਿਓ, ਕਮੈਂਟ ਕਰਿਓ ਤੇ ਸ਼ੇਅਰ ਜ਼ਰੂਰ ਕਰਿਓ।